ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਆਲ ਇੰਡੀਆ ਸਿੱਖ ਫੈਡਰੇਸ਼ਨ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ ਤੇ ਬੈਲ ਆਈਕਨ ਜ਼ਰੂਰ ਦਬਾਓ ਜੀ। ਜਿੱਦਾਂ ਕਿ ਆਪ ਦੇਖ ਰਹੇ ਹੋ, ਬੈਂਕ ਅਕਾਊਂਟ ਨੰਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪਲੀਆ ਕਲਾ ਦੇ ਬੈਂਕ ਨੰਬਰ ਆਪ ਜੀ ਦੀ ਸਕਰੀਨ ਦੇ ਉੱਤੇ ਹੈ ਜੀ। ਨਵੇਂ ਦਰਬਾਰ ਹਾਲ ਦੀ ਉਸਾਰੀ ਚੱਲ ਰਹੀ ਹੈ। ਉਸ ਦੇ ਵਿੱਚ ਤਨ ਮਨ ਅਤੇ ਧਨ ਦੀ ਸੇਵਾ ਆਪ ਜੀ ਕਰ ਆਪਣਾ ਯੋਗਦਾਨ ਪਾ ਸਕਦੇ ਹੋ। ਧਨ ਦੀ ਸੇਵਾ ਲਈ ਆਪ ਜੀ ਜੋ ਸਕਰੀਨ 'ਤੇ ਨੰਬਰ ਫਲੈਸ਼ ਹੋ ਰਹੇ ਨੇ ਉਹਦੇ ਉੱਤੇ ਆਪਣੀ ਧਨ ਦੀ ਸੇਵਾ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆइए ਸਰਵਣ ਕਰੀਏ ਕਥਾ ਵਿਚਾਰ ਗਿਆਨੀ ਜਤਿੰਦਰਪਾਲ ਸਿੰਘ ਜੀ ਵੱਲੋਂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤੁਧੇ ਆਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ। ਉਠ ਫਰੀਦਾ ਉਜ਼ੂ ਸਾਜ ਸੁਬਹ ਨਿਵਾਜ਼ ਗੁਜ਼ਾਰ, ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕਪ ਉਤਾਰ। ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ। ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ। ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਜਿਨ੍ਹਾਂ ਦੀ ਅੰਮ੍ਰਿਤਮਈ ਬਾਣੀ ਦੇ ਨਾਲ ਆਪ ਜੀ ਅੰਮ੍ਰਿਤ ਵੇਲੇ ਤੋਂ ਜੁੜੇ ਸਤਿਗੁਰੂ ਮਹਾਰਾਜ ਦਾ ਪਾਵਨ ਉਪਦੇਸ਼ ਪ੍ਰਾਪਤ ਕੀਤਾ ਹੁਕਮ ਦੇ ਰੂਪ ਦੇ ਵਿੱਚ। ਆਓ ਉਸ ਪਾਵਨ ਉਪਦੇਸ਼ ਦੀ ਸਾਂਝ ਪਾਉਣਾ ਕਰੀਏ ਜੋ ਅੱਜ ਸਾਨੂੰ ਹੁਕਮ ਦੇ ਰੂਪ ਦੇ ਵਿੱਚ ਪ੍ਰਾਪਤ ਹੋਇਆ ਹੈ। ਕਿਉਂਕਿ ਸਤਿਗੁਰੂ ਮਹਾਰਾਜ ਨੇ ਕਹਿ ਦਿੱਤਾ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਜੇ ਹੁਕਮ ਦੀ ਸਮਝ ਪੈ ਜਾਵੇ ਹੁਕਮ ਦੇ ਵਿੱਚ ਚੱਲਣਾ ਸੌਖਾ ਹੈ, ਤੇ ਜੇ ਹੁਕਮ ਦੀ ਸਮਝ ਨਾ ਪਵੇ ਫਿਰ ਹੁਕਮ ਦੇ ਵਿੱਚ ਚੱਲਣ ਦਾ ਉਪਰਾਲਾ ਕੀਤਾ ਹੀ ਨਹੀਂ ਜਾ ਸਕਦਾ। ਸਤਿਗੁਰੂ ਦਾ ਅੱਜ ਦਾ ਪਾਵਨ ਉਪਦੇਸ਼ 593 ਅੰਗ ਉੱਪਰ ਸੁਸ਼ੋਭਿਤ ਤੇ ਪਾਵਨ ਸ਼ਬਦ ਹੈ ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ ਸ਼ਲੋਕ ਉਪਰੰਤ ਪੌੜੀ। ਇਸ ਪਾਵਨ ਸ਼ਬਦ ਦੇ ਵਿੱਚ ਸਤਿਗੁਰੂ ਮਹਾਰਾਜ ਫਰਮਾਉਂਦੇ ਹਨ, ਸ਼ਲੋਕ ਮਹੱਲਾ ਤੀਜਾ, ਮਨ ਹਠ ਕਿਨੈ ਨਾ ਪਾਇਓ ਸਭ ਥੱਕੇ ਕਰਮ ਕਮਾਏ। ਭਾਵ ਕਿ ਕਿਸੇ ਨੇ ਵੀ ਮਨ ਦੇ ਹੱਠ ਦੇ ਨਾਲ ਉਸ ਪਰਮਾਤਮਾ ਨੂੰ ਪ੍ਰਾਪਤ ਨਹੀਂ ਕੀਤਾ। ਜਿਹੜੇ ਇਨਸਾਨ ਆਖਦੇ ਨੇ ਕਿ ਅਸੀਂ ਸਾਰਾ ਦਿਨ ਪਰਮਾਤਮਾ ਦਾ ਜਾਪ ਕਰੀ ਜਾਈਏ, ਸਿੱਧਾਂ ਕੇ ਆਸਣ ਕਰ ਬਹਿ ਇੰਦਰੀ ਵਸ ਕਰ ਕਮਾਈ, ਸਿੱਧਾਂ ਦੇ ਸਾਰੇ ਆਸਣ ਵੀ ਸਿੱਖ ਲਏ, ਇੰਦਰੀਆਂ ਨੂੰ ਵੀ ਵਸ ਦੇ ਵਿੱਚ ਕਰ ਲਿਆ। ਐਸੇ ਸਿੱਧ ਜਿਹੜਿਆਂ ਕੋਲ ਕਰਾਮਾਤਾਂ ਸਭ ਕੁਝ ਸੀ ਪਰ ਪਰਮਾਤਮਾ ਨਹੀਂ ਮਿਲਿਆ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਜਦੋਂ ਸੁਮੇਰ ਪਰਬਤ ਤੇ ਗਏ ਨੇ, ਸਿੱਧਾਂ ਨੇ ਪੁੱਛਿਆ
ਕਿਹੜੀ ਤਾਕਤ ਆਪ ਜੀ ਨੂੰ ਲੈ ਕੇ ਆਈ ਇੱਥੇ। ਉਸ ਟਾਈਮ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਬਹੁਤ ਬਾਲ ਅਵਸਥਾ ਦੇ ਵਿੱਚ ਸਨ, ਛੋਟੀ ਉਮਰ ਸੀ, ਤੇ ਸਿੱਧਾਂ ਦੀਆਂ ਜਿਹੜੀਆਂ ਉਮਰਾਂ ਸੀ ਬਹੁਤ ਵੱਡੀਆਂ, 500 ਸਾਲ 1000 ਸਾਲ ਦੇ ਬਰਸ ਦੀ ਉਮਰ। ਤੇ ਮਹਾਰਾਜ ਕਹਿਣ ਲੱਗੇ ਕਿ ਮੈਨੂੰ ਮੂਲ ਮੰਤਰ ਦੀ ਤਾਕਤ ਜਿਹੜੀ ਅਸੀਂ ਰੋਜ਼ਾਨਾ ਜਪਦੇ ਆਂ, ਜਿਹੜਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਮੁੱਢ ਕਦੀਮ ਮੰਤਰ ਹੈ, ਇੱਕ ਓੰਕਾਰ ਤੋਂ ਲੈ ਕਰਕੇ ਗੁਰਪ੍ਰਸਾਦ ਤੱਕ ਮੰਗਲ ਹੈ, ਤੇ ਗੁਰੂ ਪਿਆਰ ਵਾਲੇ ਮੂਲ ਮੰਤਰ ਵੀ ਕਿਹਾ ਜਾਂਦਾ ਹੈ। ਨਾਨਕ ਹੋਸੀ ਭੀ ਸੱਚ ਤੱਕ ਵੀ ਕਈ ਜਪਦੇ ਨੇ, ਪਹਿਲੀ ਪੌੜੀ ਹੈ, ਅੱਗੇ ਏਕਾ ਲੱਗਿਆ। ਤੇ ਉਸ ਟਾਈਮ ਜਦੋਂ ਸਿੱਧਾਂ ਨੂੰ ਇਹ ਉੱਤਰ ਦਿੱਤਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ, ਸਿੱਧਾਂ ਨੇ ਬੜੀਆਂ ਪ੍ਰੀਖਿਆਵਾਂ ਲਈਆਂ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਜਲ ਦਾ ਕਟੋਰਾ ਭਰ ਕੇ ਲੈ ਕੇ ਆਉਣ ਲਈ ਕਿਹਾ ਕਿ ਜਲ ਦਾ ਕਟੋਰਾ ਭਰ ਕੇ ਲੈ ਕੇ ਆਵੋ। ਜਦੋਂ ਗੁਰੂ ਮਹਾਰਾਜ ਗਏ ਤਾਂ ਜਿੱਥੇ ਝਰਨਾ ਚੱਲਦਾ ਸੀ ਜਲ ਦਾ, ਉੱਥੇ ਹੀਰੇ ਜਵਾਹਰਾਤ ਦੇ ਢੇਰ ਲਾ ਦਿੱਤੇ, ਜਲ ਹੈ ਹੀ ਨਹੀਂ। ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੁਬਾਰਾ ਸਿੱਧਾਂ ਕੋਲ ਆਏ, ਸਿੱਧਾਂ ਨੇ ਕਿਹਾ ਕਿ ਆਪ ਜੀ ਜਲ ਲੈ ਕੇ ਨਹੀਂ ਆਏ। ਕਹਿਣ ਲੱਗੇ ਜਲ ਤੇ ਉੱਥੇ ਹੈ ਹੀ ਨਹੀਂ। ਉੱਥੇ ਹੋਰ ਕੀ ਵੇਖਿਆ? ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਹੋਰ ਕੁਝ ਵੇਖਿਆ ਹੀ ਨਹੀਂ ਮੈਂ ਤਾਂ ਜਲ ਲੈਣ ਗਿਆ ਸੀ, ਜਲ ਉੱਥੇ ਮੈਨੂੰ ਮਿਲਿਆ ਨਹੀਂ, ਮੈਂ ਆ ਗਿਆ। ਉਸ ਟਾਈਮ ਸਿੱਧਾਂ ਦੇ ਮਨ ਦੇ ਵਿੱਚ ਬੜੀ ਹੈਰਾਨੀ ਹੋਈ ਕਿ ਇਤਨੇ ਲਾਲ ਬੜੇ ਸੋਹਣੇ ਸੋਹਣੇ ਜਵਾਹਰ ਮਾਣਕ ਜਿਹਦੇ ਪਿੱਛੇ ਦੁਨੀਆ ਕਮਲੀ ਹੋਈ ਫਿਰਦੀ ਹੈ, ਇਤਨੇ ਕੀਮਤੀ ਦੌਲਤ ਦੇ ਭੰਡਾਰ ਜਿਹਦੇ ਪਿੱਛੇ ਦੁਨੀਆ ਕਮਲੀ ਹੋਈ ਫਿਰਦੀ ਹੈ, ਉਹ ਇਸ ਬਾਲਕ ਤੇ ਅਸਰ ਨਹੀਂ ਕਰ ਸਕੇ। ਇਹ ਬਾਲਕ ਕੋਈ ਸਾਧਾਰਨ ਬਾਲਕ ਨਹੀਂ, ਇਸ ਬਾਲਕ ਨੂੰ ਆਪਣੇ ਯੋਗ ਪੰਥ ਦੇ ਵਿੱਚ ਮਿਲਾਇਆ ਜਾਵੇ ਤੇ ਸਾਡਾ ਯੋਗ ਮਤ ਜਿਹੜਾ ਉਹ ਬਹੁਤ ਜ਼ਿਆਦਾ ਉਸ ਦਾ ਪ੍ਰਚਾਰ ਹੋ ਜਾਵੇਗਾ, ਕਿਉਂਕਿ ਇਸ ਨੂੰ ਸੋਝੀ ਬਹੁਤ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਸਿੱਧ ਆਖਣ ਲੱਗੇ ਕਿ ਆਪ ਜੀ ਨੂੰ ਪਤਾ ਹੈ ਕਿ ਸਾਡੀਆਂ ਉਮਰਾਂ ਕਿਤਨੀਆਂ ਹਨ। ਉਸ ਟਾਈਮ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਤਸੱਲੀ ਕਰਾ ਦਿੱਤੀ ਸਿੱਧਾਂ ਦੀ, ਜੇ ਜੁਗ ਚਾਰੇ ਆਰਜਾ ਹੋਰ ਸੁਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੇ ਸਭ ਕੋਏ, ਚੰਗਾ ਨਾਮ ਰਖਾਏ ਕੈ ਜਸ ਕੀਰਤ ਜਗ ਲੈ, ਜੇ ਤਿਸ ਨਜ਼ਰ ਨਾ ਆਵਈ ਤਾ ਬਾਤ ਨਾ ਪੁੱਛੈ ਕਿ। ਕੀ ਹੋਇਆ ਜੇ ਤੁਹਾਡੀ ਜੁਗਾਂ ਜੁਗਾਂ ਦੀ ਵੀ ਉਮਰ ਹੋ ਜਾਵੇ, ਉਹ ਤੋਂ ਵੀ ਦੁੱਗਣੀ ਹੋ ਜਾਵੇ, ਪਰ ਜੇਕਰ ਉਸ ਪਰਮਾਤਮਾ ਦੀ ਨਜ਼ਰ ਨਾ ਹੋਈ ਤੇ ਉਮਰ ਬੇਕਾਰ ਚਲੀ ਗਈ, ਵਿਅਰਥ ਹੈ। ਉਸ ਦੀ ਨਜ਼ਰ ਦਾ ਇੱਕ ਪਲ ਵੀ ਬੜਾ ਕੀਮਤੀ ਹੋਇਆ ਕਰਦਾ ਹੈ। ਬੜੇ ਲੋਕ ਦੇਖੇ ਨੇ, ਬੜੇ ਐਸੇ ਨੇ ਜਿਹੜੇ ਆਖ ਦਿੰਦੇ ਨੇ ਮੇਰੀ ਉਮਰ ਤੇ 80 ਸਾਲ ਹੋ ਗਈ ਹੈ ਤੇ ਮੈਂ ਥੱਕਦਾ ਹੀ ਨਹੀਂ ਕੰਮ ਕਰਦਾ, ਮੇਰਾ ਸਰੀਰ ਅਜੇ ਵੀ ਮਜ਼ਬੂਤ ਹੈ। ਜਨਮ ਦਿਹਾੜੇ ਵੀ ਮਨਾਉਂਦੇ ਨੇ ਕਈ ਆਪਣੇ। ਤੇ ਜੇ ਦੇਖਿਆ ਜਾਵੇ ਇਹ ਲਾਈਟ ਕਿੱਥੋਂ ਆ ਰਹੀ ਹੈ ਸਰੀਰ ਨੂੰ ਐਕਟਿਵ ਰੱਖਣ ਦੀ? ਇਹ ਪਿੱਛੋਂ ਆ ਰਹੀ ਹੈ, ਮਾਲਕ ਦੀ ਕਿਰਪਾ ਹੈ। ਕਈ ਐਸੇ ਵੀ ਸਰੀਰ ਨੇ ਜਿਹੜੇ ਬਹੁਤ ਛੇਤੀ ਜਿਹੜੇ ਨੇ ਬੇਕਾਰ ਹੋ ਜਾਇਆ ਕਰਦੇ ਨੇ, ਰੋਗੀ ਹੋ ਜਾਇਆ ਕਰਦੇ ਨੇ। ਤੇ ਇਹ ਮਹਾਰਾਜ ਦੀ ਕਿਰਪਾ ਹੀ ਹੈ, ਜਿਹੜਾ ਤੂੰ ਤੁਰਿਆ ਫਿਰਦਾ 80 ਸਾਲ ਦੀ ਉਮਰ ਦੇ ਵਿੱਚ ਵੀ, ਉਹਦੀ ਕਿਰਪਾ ਹੈ ਨਾ। ਪਰ ਹੁਣ ਕਈ ਆਖਣਗੇ ਜੀ ਮੈਂ ਤਾਂ ਚੌਂਕੜਾ 4 ਘੰਟੇ ਮਾਰ ਲੈਣਾ, 4 ਘੰਟੇ ਥੱਕਦਾ ਹੀ ਨਹੀਂ। ਨਹੀਂ ਥੱਕਦਾ ਹੋਵੇਗਾ ਭਾਈ, ਤੇਰੀ ਖੁਰਾਕ ਅਲੱਗ ਹੈ, ਤੇਰੇ ਸਾਰਾ ਸਿਸਟਮ ਬਾਡੀ ਦਾ ਅਲੱਗ ਹੈ। ਤੈਨੂੰ ਜੋ ਚੀਜ਼ ਜਿਹੜੇ ਵੇਲੇ ਚਾਹੀਦੀ ਉਹ ਮਿਲਦੀ ਹੈ, ਤੇ ਜਿਹੜੇ ਵੇਲੇ ਚੀਜ਼ ਜਿਹੜੀ ਚਾਹੀਦੀ ਹੈ ਬੰਦੇ ਨੂੰ ਉਹ ਮਿਲਣ ਲੱਗ ਜਾਵੇ, ਵੈਸੇ ਨਹੀਂ ਥੱਕੇਗਾ। ਗੁਰੂ ਪਿਆਰ ਵਾਲਿਓ, ਚੰਗੀ ਖੁਰਾਕ ਮਿਲਣ ਲੱਗ ਜਾਵੇ, ਬੰਦੇ ਦਾ ਮਾਈਂਡ ਜਿਹੜਾ ਥੱਕੇਗਾ ਹੀ ਨਹੀਂ, ਭਾਵੇਂ ਮੇਰੇ ਤੋਂ 8 ਘੰਟੇ ਬੁਲਵਾ ਲਓ। ਸੇਵਾਦਾਰ ਗੁਰੂ ਘਰ ਦੇ ਜਿਹੜੇ ਨੇ ਉਹ ਥੱਕਣਗੇ ਹੀ ਨਹੀਂ।
ਐਸੇ ਫੂਡ ਨੇ, ਐਸੇ ਸਪਲੀਮੈਂਟ ਨੇ ਦੁਨੀਆ ਦੇ ਵਿੱਚ ਜਿਹੜੇ ਖਾ ਲੈਂਦਾ ਬੰਦਾ, ਸਾਰਾ ਦਿਨ ਤੁਰਿਆ ਰਹਿੰਦਾ, ਥੱਕਦਾ ਹੀ ਨਹੀਂ। ਐਸੀ ਚੀਜ਼ ਹੈ ਨੀਂਦ, ਐਸੀ ਚੀਜ਼ ਹੈ ਟਾਈਮ ਦੇ ਨਾਲ ਨੀਂਦ ਮਿਲੇ ਤੇ ਥੱਕਦਾ ਹੀ ਨਹੀਂ। ਹੁਣ ਜਿਹਨੇ 3 ਵਜੇ ਜਾਗਣਾ ਅੰਮ੍ਰਿਤ ਵੇਲੇ, ਗੁਰੂ ਪਿਆਰ ਵਾਲਿਓ, ਉਹਨੂੰ ਨੀਂਦ ਕਿੰਨੇ ਵਜੇ ਚਾਹੀਦੀ ਹੈ? ਲੋਕ ਆਖਤੇ ਦਿੰਦੇ ਨੇ ਉਹਨੂੰ ਨੀਂਦ 7 ਵਜੇ ਚਾਹੀਦੀ ਹੈ ਸ਼ਾਮ ਨੂੰ। 7 ਵਜੇ ਉਹ ਮੰਜੇ ਤੇ ਹੋਵੇ ਤੇ 10-11 ਵਜੇ ਜੇ ਕੋਈ ਸੌਂ ਕੇ ਸਵੇਰੇ ਅੰਮ੍ਰਿਤ ਵੇਲੇ 3 ਵਜੇ ਜਾਗੇਗਾ, ਉਹ ਹੱਠ ਨਹੀਂ ਕਰ ਸਕਦਾ। ਇਹ ਸਭ ਫालतू ਫਜ਼ੂਲ ਗੱਲਾਂ ਨੇ। ਬੋਡੀ ਨੂੰ ਉਸ ਦਾ ਧਰਮ ਹੈ, ਬੋਡੀ ਦਾ, ਉਹਨੂੰ ਨੀਂਦ ਵੀ ਚਾਹੀਦੀ ਹੈ, ਉਹਨੂੰ ਖੁਰਾਕ ਵੀ ਚਾਹੀਦੀ ਹੈ, ਹਰ ਇੱਕ ਚੀਜ਼ ਟਾਈਮ ਦੇ ਨਾਲ ਚਾਹੀਦੀ ਹੈ। ਇਸ ਨੂੰ ਟਾਈਮ ਡਿਸਟਰਬ ਹੁੰਦਾ, ਬੰਦਾ ਡਿਸਟਰਬ ਹੋ ਜਾਂਦਾ। ਤੇ ਕਈ ਆਖਣਗੇ ਜੀ ਅਸੀਂ ਤੇ ਥੱਕਦੇ ਹੀ ਨਹੀਂ। ਜੇ ਪੁੱਛੋ ਉਹਨਾਂ ਤੋਂ ਸੌਂਦੇ ਕਿੰਨੇ ਵਜੇ ਹੋ ਸ਼ਾਮ ਨੂੰ, ਪ੍ਰਸ਼ਾਦਾ ਕਿੰਨੇ ਵਜੇ ਛਕਦੇ ਹੋ? ਸਿਸਟਮ ਬਣਾਇਆ ਹੈ, ਜ਼ਿੰਦਗੀ ਦਾ ਇੱਕ ਸਿਸਟਮ ਹੈ, ਬੋਡੀ ਦਾ ਇੱਕ ਸਿਸਟਮ ਹੈ। ਉਹਨੂੰ ਸਿਸਟਮ ਦੇ ਵਿੱਚ ਚਲਾਉਣਾ ਆ ਗਿਆ। ਜਿਸ ਨੂੰ ਚਲਾਉਣਾ ਕੀ ਆ ਗਿਆ, ਚਲਾਉਣਾ ਪੈਂਦਾ ਹੈ। ਇਹ ਬੋਡੀ ਨੂੰ ਚਲਾਉਣ ਦੇ ਸਿਸਟਮ ਦੇ ਅੰਦਰ ਚਲਾਉਣ ਦੇ ਲਈ ਕਾਫੀ ਯਤਨ ਉਪਰਾਲੇ ਕਰਨੇ ਪੈਂਦੇ ਨੇ। ਜਿਹੜੇ ਬੱਚੇ ਐਕਸਰਸਾਈਜ਼ ਕਰਦੇ ਨੇ ਨਾ, ਜੇ ਖੁਰਾਕ ਨਾ ਖਾਣ, ਸਰੀਰ ਬੇਕਾਰ ਹੋਣ ਲੱਗ ਜਾਵੇਗਾ, ਬੋਡੀ ਬੇਕਾਰ ਹੋ ਜਾਵੇਗੀ। ਗੁਰੂ ਪਿਆਰ ਵਾਲਿਓ, ਮਨ ਹਠ ਕਿਨੈ ਨਾ ਪਾਇਓ, ਸਭ ਥੱਕੇ ਕਰਮ ਕਮਾਏ। ਇਸੇ ਕਰਕੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਕਹਿ ਰਹੇ ਨੇ ਕਿ ਮਨ ਦੇ ਹਠ ਕਰਕੇ, ਜਪ ਕਰਕੇ, ਤਪ ਕਰਕੇ ਕਿਸੇ ਨੇ ਪ੍ਰਾਪਤ ਨਹੀਂ ਕੀਤਾ ਉਹ ਮਾਲਕ ਨੂੰ। ਉਹ ਸਹਿਜ ਸੁਭਾਈ ਪ੍ਰਾਪਤ ਹੋ ਗਿਆ ਜਿਹਨੂੰ ਹੋਣਾ ਸੀ। ਚਲਾਈ ਜਾਓ, ਘਰੀ ਜਾਓ। ਤੁਸੀਂ ਘਰੇ ਡੰਗਰ ਭੁੱਖੇ ਮਰਦੇ ਨੇ, ਗੁਰਦੁਆਰੇ ਆ ਕੇ ਸੇਵਾ ਕਰੀ ਜਾਓ ਸਾਰਾ ਦਿਨ। ਬਾਬਾ ਥੋੜੀ ਇਹ ਕਹਿੰਦਾ ਬੈਠੇ ਰਹੋ ਗੁਰਦੁਆਰੇ, ਕਰਦੇ ਰਹੋ ਸੁਖਮਨੀ ਸਾਹਿਬ ਦੇ 4-4 ਪਾਠ ਸਵੇਰੇ ਕਰਦੇ ਰਹੋ, ਪਰੇਸ਼ਾਨ ਪੂਰੇ ਮੁਹੱਲੇ ਨੂੰ। 4-4 5-5 ਘੰਟੇ ਦਾ ਕਰੋ ਨਿਤਨੇਮ। ਤੇ ਬਾਅਦ ਦੇ ਵਿੱਚ ਜਦੋਂ ਪਰਿਵਾਰ ਦੇ ਵਿੱਚ ਆਓ ਤੇ ਪਰਿਵਾਰ ਦੇ ਨਾਲ ਝਗੜਾ ਹੋਏਗਾ, ਤੁਸੀਂ ਤਾਂ ਪੜ੍ਹਦੇ ਨਹੀਂ, ਤੁਸੀਂ ਤੇ ਸੁਖਮਨੀ ਸਾਹਿਬ ਨਹੀਂ ਪੜ੍ਹਦੇ। ਕਿਉਂਕਿ ਮੈਂ ਪੜ੍ਹ ਲਿਆ ਨਾ, ਮੈਂ ਸਪੈਸ਼ਲ ਹੋ ਗਿਆ। ਅਸੀਂ ਜਿਹੜੀ ਚੀਜ਼ ਕਰ ਲਈ ਅਸੀਂ ਸਪੈਸ਼ਲ ਹੋ ਗਏ, ਆਪਣੇ ਆਪ ਨੂੰ ਜਦ ਹੀ ਸਪੈਸ਼ਲ ਮੰਨ ਲੈਂਦੇ ਆ। ਪਰ ਮਹਾਰਾਜ ਕਹਿੰਦੇ ਨਹੀਂ, ਮਨ ਹੱਠ ਕਿਨੇ ਨਾ ਪਾਇਓ। ਇੱਥੇ ਮਨ ਦਾ ਹੱਠ ਤੇ ਕਰਨਾ ਹੀ ਨਹੀਂ, ਇਹ ਤਾਂ ਤਿਆਗਣਾ ਪੈਣਾ ਨਾ। ਜੇ ਜਗਾਇਆ ਮਾਲਕ ਨੇ, ਜਗਾਇਆ ਤੈਨੂੰ, ਉਹਦਾ ਸ਼ੁਕਰ ਕਰ, ਜਗਾ ਦਿੱਤਾ। ਆਪਣੇ ਆਪ ਨਹੀਂ ਜਾਗਿਆ, ਇਹ ਸਤਿਗੁਰੂ ਨੇ ਜਗਾਇਆ। ਤੇ ਜੇ ਲੈ ਕੇ ਆਂਦਾ ਗੁਰੂ ਘਰ, ਆਪਣੇ ਆਪ ਨਹੀਂ ਆਇਆ, ਇਹ ਸਤਿਗੁਰੂ ਨੇ ਲੈ ਕੇ ਆਂਦਾ ਤੈਨੂੰ। ਤੇ ਫਿਰ ਸਤਿਗੁਰੂ ਮਹਾਰਾਜ ਦਾ ਪਾਵਨ ਫਰਮਾਨ ਦੇਖੋ, ਮਨ ਹਠ ਭੇਖ ਕਰ ਭਰਮ ਦੇ, ਦੁੱਖ ਪਾਇਆ ਦੂਜੈ ਭਾਏ। ਹੁਣ ਮਨ ਹਠ ਭੇਖ ਕਰ ਭਰਮ ਦੇ, ਮਨ ਹਠ, ਮਨ ਦੇ ਪਿੱਛੇ ਲੱਗ ਕੇ ਹਠ ਕਰਕੇ ਭੇਖ ਵੀ ਬੜਾ ਬਣਾਇਆ। ਅੱਧੀ ਦੁਨੀਆ ਸੰਤਾਂ ਨੇ ਕਮਲੀ ਕੀਤੀ ਹੈ। ਜਿਹੜੇ ਅੱਜ ਕੱਲ ਦੇ ਬਾਬੇ ਨੇ ਨਾ, ਸਵੇਰੇ ਵਾਹਿਗੁਰੂ ਵਾਹਿਗੁਰੂ 4-4 5-5 ਘੰਟੇ ਗੁਰਦੁਆਰਿਆਂ ਚੱਲ ਰਿਹਾ, ਪਰ ਜੀਵਨ ਤਾਂ ਬਦਲਿਆ ਨਹੀਂ ਕਿਸੇ ਦਾ। ਮੈਂ ਤਾਂ ਅੱਜ ਤੱਕ ਬਦਲਿਆ ਦਿਖਿਆ ਨਹੀਂ ਕਿਸੇ ਦਾ। ਗੁਰੂ ਪਿਆਰ ਵਾਲਿਓ, 8-8 ਘੰਟੇ ਕਰਾਈ ਜਾਓ। ਕੌਮ ਤੇ ਫੇਰ ਸੁੱਤੀ ਪਈ ਹੈ ਸਾਡੀ, ਜਾਗਦੀ ਨਹੀਂ। ਤੇ ਫੇਰ ਇਹ ਹੁਕਮ ਸਾਰਾ ਉਹ ਤੇ ਹੀ ਹੈ ਜਿਹੜਾ ਅੱਜ ਕੱਲ ਕਿਰਿਆ ਕਰਦੇ ਨੇ ਲੋਕ। ਗੁਰੂ ਮਹਾਰਾਜ ਕਹਿੰਦੇ ਨੇ ਭੇਖ ਬਣਾ ਲਿਆ। ਜਦੋਂ ਭੇਖ ਬਣਾਇਆ, ਮਨ ਦਾ ਹਠ ਵੀ ਕੀਤਾ। ਮਨ ਦਾ ਹਠ ਕੀ ਕੀਤਾ? ਬੈਠਿਆ ਮਾਲਾ ਲੈ ਕੇ ਕੋਈ, ਤੇ ਉਹ ਦੁਨੀਆ ਆਖਦੀ ਹੈ, ਕੋਈ ਗਿਆ ਮੇਰੇ ਵਰਗਾ ਧੰਨ ਨੇ ਬਾਬਾ ਜੀ, ਸਵੇਰ ਤੋਂ ਲੈ ਕੇ ਸ਼ਾਮ ਤੱਕ ਭਜਨੇ ਕਰੀ ਜਾਂਦੇ ਨੇ, ਬੜੀ ਚੰਗੀ ਕਿਸਮਤ ਹੈ। ਗੁਰੂ ਪਿਆਰ ਵਾਲਿਓ, ਹੁਣ ਉਹ ਤੋਂ ਪੁੱਛ ਕੇ ਵੇਖੋ ਜਿਹੜੇ ਬਿਜ਼ਨਸ ਚੱਲ ਰਹੇ ਨੇ, ਉਹਦੇ ਟਰਾਲੇ ਚੱਲ ਰਹੇ ਨੇ, ਉਹੀ ਲਈ ਤੁਰੇ ਫਿਰਦੇ ਨੇ ਉਹਨੂੰ। ਜੇ ਕਿਤੇ ਸੰਗਤ ਪਿੱਛੇ ਹਟ ਜਾਵੇ ਨਾ, ਉਹਨੂੰ ਕੋਈ ਪੁੱਛੇ ਨਾ, ਖਿਮਾ ਕਰਨਾ, ਮੈਂ ਪਹਿਲੋਂ ਮਾਫੀ ਮੰਗ ਲਵਾਂ। ਉਸ ਬੰਦੇ ਨੂੰ ਕੋਈ ਪੁੱਛਣੋਂ ਹਟ ਜੇ ਨਾ, ਜੀ ਕਰਨੋਂ ਹਟ ਜਾਣ, ਮਾਲਾ ਵੀ ਦੂਸਰੇ ਦਿਨੇ ਰੱਖ ਕੇ ਗੀਜੇ ਚੋਨੇ ਆਪ ਘਰੇ ਚਲਿਆ ਜਾਣਾ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ, ਕਹੇਗਾ ਮੈਨੂੰ ਤੇ ਕੋਈ ਪੁੱਛਦਾ ਹੀ ਨਹੀਂ। ਇਹ ਦੁਨੀਆ ਨੂੰ ਬਸ ਕਰਨ ਦੇ ਲਈ ਭੇਖ ਦਿਖਾਏ, ਜਗਤ ਕੋ ਲੋਗਨ ਕੋ ਬਸ ਕੀਨ। ਬਸ ਇੱਕ ਦੁਨੀਆ ਨੂੰ ਭਰਮਾਉਣ ਦੇ ਲਈ ਭੇਖ ਬਣਾ ਲਿਆ।
ਤੇ ਫਿਰ ਮਹਾਰਾਜ ਫਰਮਾਨ ਕਰਦੇ ਨੇ, ਦੁੱਖ ਪਾਇਆ ਦੂਜੇ ਭਾਏ, ਦੂਜਿਆਂ ਦੇ ਮਗਰ ਲੱਗ ਕੇ ਫਿਰ ਦੁੱਖੇ ਪ੍ਰਾਪਤ ਹੋਇਆ, ਹੋਰ ਕੁਝ ਨਹੀਂ। ਕਿਉਂਕਿ ਬਾਣੀ ਤੋਂ ਟੁੱਟ ਗਏ। ਬਾਣੀ ਪਖੰਡ ਦੇ ਪਿੱਛੇ ਨਹੀਂ ਹੈ, ਬਾਣੀ ਅਖੰਡ ਦੇ ਪਿੱਛੇ ਹੈ। ਅੱਜ ਕੱਲ ਤਾਂ ਅਸੀਂ ਬਾਣੀ ਨੂੰ ਮੰਤਰਾਂ ਵਾਂਗਰਾਂ ਜਾਪ ਕਰਨ ਲੱਗ ਗਏ। ਕੋਈ ਫਾਇਦਾ ਨਹੀਂ। ਗੁਰੂ ਪਿਆਰ ਵਾਲੇ ਮੰਤਰਾਂ ਵਾਂਗਰਾਂ ਜਾਪ ਕਰਨ ਲੱਗ ਗਏ ਬਾਣੀ ਦਾ। 25-25 ਪਾਠ ਜਪਜੀ ਸਾਹਿਬ ਦੇ, 25-25 ਪਾਠ ਸੁਖਮਨੀ ਸਾਹਿਬ ਦੇ। ਇਹ ਕੋਈ ਮੰਤਰ ਹੈ? ਜਿਹੜਾ ਕਰਨਾ ਪਾਠ ਉਹ ਤੋਂ ਸੇਧ ਲਈ ਨਹੀਂ, ਜੋ ਮਹਾਰਾਜ ਕਹਿੰਦੇ ਨੇ। ਹੁਣ ਮਹਾਰਾਜ ਕਹਿੰਦੇ ਨੇ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਕ ਕੋ ਲਾਗੈ ਤੁਲ ਪਵਾਨ। ਹੁਣ ਇੱਥੇ ਪੜ੍ਹੀ ਜਾ, ਸਾਰਾ ਦਿਨ ਪੜ੍ਹੀ ਜਾ, ਸੰਤ ਬਣ ਗਿਆ ਆਪਣੇ ਆਪ ਨੂੰ। ਪਰ ਜੇ ਕੋਈ ਗਰੀਬ ਸਿੱਖ ਆ ਗਿਆ, ਉਹਨੂੰ ਆਖਦਾ ਇਹਨੂੰ ਬਾਹਰ ਵੇਟਿੰਗ ਰੂਮ 'ਚ ਬਿਠਾਓ, ਅਜੇ ਮਿਲਣ ਦਾ ਟਾਈਮ ਨਹੀਂ। 4-4 5-5 ਘੰਟੇ ਉਹ ਬੈਠਾ ਵਿਚਾਰਾ ਬਾਹਰ। ਹੁਣ ਜਦੋਂ ਹਵਾ ਲੱਗਦੀ ਹੈ ਪ੍ਰਮਾਤਮਾ ਦੀ, ਉਦੋਂ ਸਾਰਿਆਂ ਨੂੰ ਬਰਾਬਰ ਲੱਗਦੀ ਹੈ, ਚਾਹੇ ਕੋਈ ਮਾੜਾ ਹੈ ਚਾਹੇ ਕੋਈ ਚੰਗਾ ਹੈ। ਸੂਰਜ ਦੀ ਧੁੱਪ ਜਿਹੜੀ ਹੈ ਸਾਰਿਆਂ ਨੂੰ ਬਰਾਬਰ ਲੱਗਦੀ ਹੈ, ਚਾਹੇ ਕੋਈ ਮਾੜਾ ਹੈ ਚਾਹੇ ਕੋਈ ਚੰਗਾ ਹੈ। ਦੂਸਰੇ ਪਾਸੇ ਅਸੀਂ ਕਹਿੰਦੇ ਆ ਇਹ ਤਾਂ ਬ੍ਰਹਮ ਗਿਆਨੀ ਦਾ ਰੂਪ ਨੇ। ਤੇ ਮੈਂ ਪੁੱਛਦਾ ਉਹਨਾਂ ਵੱਡੇ ਬ੍ਰਹਮ ਗਿਆਨੀਆਂ ਤੋਂ, ਗੁਰੂ ਪਿਆਰ ਵਾਲਿਓ, ਜੇ ਕੋਈ ਗਰੀਬ ਸਿੱਖ ਚਲਾ ਜਾਵੇ, ਬਾਬਾ ਜੀ ਮੇਰਾ ਕੰਮ ਨਹੀਂ ਚੱਲਦਾ, ਪੈਸੇ ਨੋਟਾਂ ਦੀ ਥਈ ਕੱਢ ਕੇ ਦੇ ਦੇਵੇਗਾ ਕੋਈ ਆਪਣੇ ਕੋਲੋਂ ਕਿ ਲੈ ਭਾਈ ਆਪਣਾ ਕੰਮ ਚਲਾ? ਇਹ ਤਾਂ ਮਾਇਆ ਛਲ, ਤ੍ਰਿਣਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜਕਾ ਜਲ। ਇਹ ਤਾਂ ਮਾਇਆ ਕਾਰਨ ਧਾਵਹੀ ਮੂਰਖ ਲੋਕ ਜਾਣ। ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਨੇ ਕਹਿ ਦਿੱਤਾ, ਉਹ ਤਾਂ ਆਪਣੇ ਦੁੱਖ ਨੂੰ ਬੈਠਾ ਪਹਿਲੋਂ। ਉਹਨੇ ਘਰ-ਬਾਰ ਛੱਡਿਆ, ਉਹ ਆਪਣੇ ਦੁੱਖ ਕਰਕੇ ਛੱਡਿਆ ਕਿ ਚੱਲ ਘਰ ਕੋਈ ਪੁੱਛਦਾ ਨਹੀਂ ਤੇ ਆਪਾਂ ਕੁਝ ਇੱਧਰ ਜੁੜ ਜਾਈਏ ਤਾਂ ਸ਼ਾਇਦ ਹੋ ਸਕਦਾ ਮੈਨੂੰ ਮਾਇਆ ਵੱਧ ਮਿਲਣ ਲੱਗ ਜਾਵੇ, ਤਾਂ ਘਰ ਛੱਡਿਆ। ਸਤਿਗੁਰੂ ਮਹਾਰਾਜ ਕਹਿੰਦੇ ਦੂਸਰਿਆਂ ਦੇ ਮਗਰ ਲੱਗ ਕੇ ਫਿਰ ਦੁੱਖ ਪ੍ਰਾਪਤ ਕੀਤਾ। ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੈ ਮਨ ਆਏ। ਹੁਣ ਜਦੋਂ ਮਨ ਹੱਠ ਕਰਕੇ ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਗਈਆਂ ਨਾ, ਮੋਹ ਦੇ ਬੰਧਨਾਂ 'ਚ ਪੈ ਗਿਆ। ਉਹ ਦੁਨਿਆਵੀ ਲੋਕ ਸਾਡੇ ਵਰਗੇ ਜਾਂਦੇ ਨੇ, ਬਾਬਾ ਜੀ ਕੰਮ ਨਹੀਂ ਬਣਦਾ, ਕੋਈ ਨਾ ਭਾਈ ਬਣ ਜਾਊਗਾ। ਇੱਕ ਵਾਕ ਸਿੱਧੀ ਹੈ, ਉਹ ਥੋੜੇ ਦਿਨ ਦੀ ਮਿਹਨਤ ਹੈ, ਕਰ ਲਵੇ ਬੰਦਾ ਤੇ ਵਾਕ ਸਿੱਧ ਹੋਣ ਲੱਗ ਜਾਂਦੇ ਨੇ ਉਹਦੇ। ਥੋੜੇ ਦਿਨ ਦੀ ਮਿਹਨਤ ਹੈ, ਸਰਬ ਗੁਣ ਯੋਗ ਹੈ। ਗੁਰੂ ਪਿਆਰ ਵਾਲੇ ਥੋੜੇ ਦਿਨ ਦੀ ਮਿਹਨਤ ਹੈ, ਜੋ ਤੁਸੀਂ ਚਾਹੋਗੇ ਤੁਹਾਨੂੰ ਮਿਲ ਜਾਏਗਾ ਘਰ ਬੈਠਿਆਂ ਨੂੰ। ਇਹ ਸ਼ਬਦ ਸਿੱਧੀਆਂ ਚਲੇ ਕੱਟਣੇ, ਇਹ ਸਭ ਜਿਹੜੇ ਨੇ ਇਹ ਰਿੱਧੀਆਂ ਸਿੱਧੀਆਂ ਕਰਾਮਾਤਾਂ। ਮਹਾਰਾਜ ਕਹਿੰਦੇ ਇਹਦੇ ਨਾਲ ਕੁਝ ਹਾਸਲ ਨਹੀਂ ਹੁੰਦਾ, ਇਹਦੇ ਨਾਲ ਮਹਾਰਾਜ ਨਹੀਂ ਮਿਲਦੇ, ਇਹਦੇ ਨਾਲ ਸਤਿਗੁਰੂ ਵਾਹਿਗੁਰੂ ਨਹੀਂ ਮਿਲਦਾ। ਨਾਮ ਪ੍ਰਮਾਤਮਾ ਦਾ ਮਨ ਦੇ ਵਿੱਚ ਨਹੀਂ ਵਸਦਾ। ਕਿਉਂ ਨਹੀਂ ਵਸਦਾ? ਕਿਉਂਕਿ ਫਿਰ ਲੋਕਾਂ ਨੂੰ ਉਪਦੇਸ਼ ਕਰਨ ਲੱਗ ਜਾਵੇਗਾ। ਨਾਟਕ ਚੇਟਕ ਕਰਤ ਕੁਕਾਜਾ ਪ੍ਰਭ ਲੋਗਨ ਕਹਿ ਆਵੇ ਲਾਜਾ। ਤੇ ਇਨਸਾਨ ਕਹੇਗਾ ਬਾਬਾ ਜੀ ਮੇਰਾ ਕੰਮ ਨਹੀਂ ਬਣਦਾ। ਹੁਣ ਉਹਦਾ ਹੁਕਮ ਹੈ, ਉਹ ਨਹੀਂ ਹੋਣਾ ਉਹਦਾ ਕੰਮ, ਪਰ ਆਖੇਗਾ ਤੇਰਾ ਹੋਏਗਾ। ਉਹ ਤੇ ਗੱਲ ਵੱਖਰੀ ਹੈ ਨਾ। ਜੇ ਕਿਸੇ ਨੇ ਦੱਸ ਦਿੱਤਾ ਕਿ ਤੂੰ ਜਪਜੀ ਸਾਹਿਬ ਪੜ੍ਹ ਲਿਆ ਕਰ, ਰੋਜ਼ਾਨਾ ਮੱਥਾ ਟੇਕ ਲਿਆ ਕਰ ਇੱਕ ਵਾਰ ਜਪਜੀ ਸਾਹਿਬ। ਹੁਣ ਖਿਮਾ ਕਰਨਾ, ਕਈ ਮੇਰੇ ਵਰਗੇ ਆਖਣਗੇ 25 ਜਪਜੀ ਸਾਹਿਬ ਦੇ ਪਾਠ ਰੋਜ਼ ਕਰ। ਦੱਸੋ ਗੁਰੂ ਪਿਆਰ ਵਾਲਿਓ, ਬੇੜਾ ਗਰਕ ਹੋਏ ਇਹਨਾਂ ਦਾ। ਮੈਂ ਕਹਿਣਾ ਅਰਜੇ ਬੇੜਾ ਇਹਨਾਂ ਦਾ, ਜਿਹੜੇ ਬਾਣੀ ਪੜਵਾ ਕੇ ਮਾਰਤਾ ਬੰਦੇ ਨੂੰ। 25-25 ਪਾਠ ਦੱਸੋ, ਕਿਸੇ ਕੋਲ ਟਾਈਮ ਹੈ? ਅੱਜ ਦੀ ਗੱਲ ਕਰੋ, ਅੱਜ ਦੇ ਯੁੱਗ ਦੀ। ਮਹਾਰਾਜ ਤੇ ਕਹਿੰਦੇ ਨੇ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ। ਉਹ ਤਾਂ ਇੱਕ ਅੱਖਰ ਦੀ ਗੱਲ ਕਰ ਰਹੇ ਨੇ, ਇੱਥੇ 25-25 ਪਾਠ ਦੱਸ ਦਿੱਤੇ। ਹੁਣ ਸਵੇਰੇ ਕੀ ਹੋਇਆ? ਇਸ਼ਨਾਨ ਕਰੇਗਾ ਪਹਿਲੇ ਦਿਨ ਬੜਾ ਔਖਾ ਸੌਖਾ ਹੋ ਕੇ 25 ਪਾਠ ਕਰੇਗਾ। ਦੂਸਰੇ ਦਿਨ ਗਿਣਤੀ ਘਟ ਜਾਵੇਗੀ, ਇੱਕ ਪਾਠ ਦੀ ਗਿਣਤੀ ਘਟੇਗੀ, 24 ਕਰੇਗਾ। ਹੌਲੀ ਹੌਲੀ 20 ਤੇ ਆਵੇਗੀ। ਕਿਉਂ ਆਵੇਗੀ? ਕਿਉਂਕਿ ਮਨ ਜਿਹੜਾ ਹੈ ਨਾ, ਮਨ ਨਹੀਂ ਮੰਨਦਾ। ਮਨ ਕਿਉਂ ਨਹੀਂ ਮੰਨਦਾ? ਮਨ ਨੇ ਕੰਮ ਵੀ ਕਰਨੇ ਨੇ ਘਰ ਦੇ ਦੁਨਿਆਵੀ। ਹੁਣ ਜੇ ਸਵਾਣੀ ਆਖਦੀ ਹੈ ਸਰਦਾਰ ਜੀ ਸੌਦਾ ਮੁੱਕਿਆ ਹੋਇਆ ਘਰ ਦੇ ਵਿੱਚ, ਤੇ ਉੱਥੇ ਫਿਰ ਲੜਾਈ ਹੋਵੇਗੀ। ਤੈਨੂੰ ਪਤਾ ਨਹੀਂ ਮੈਨੂੰ ਮਹਾਂਪੁਰਸ਼ਾਂ ਨੇ 25 ਪਾਠ ਦਿੱਤੇ ਨੇ, ਮੈਂ ਪਹਿਲੋਂ ਇਹ ਨਿਪਟਾਵਾਂ।
ਬਾਅਦ ਦੇ ਵਿੱਚ ਜਾਊਂਗਾ ਮੈਂ ਕੰਮ ਕਰਨ। ਸਾਰੇ ਕੰਮ ਧੰਦੇ ਛੱਡ ਕੇ ਦੁਨੀਆ ਕਮਲੀ ਹੋ ਗਈ। ਬੱਚੇ ਰੁਲਦੇ ਨੇ ਅੱਜ ਉਹਨਾਂ ਦੇ, ਗੁਰੂ ਪਿਆਰ ਵਾਲੇ ਬੱਚੇ ਰੁਲਦੇ ਨੇ ਉਹਨਾਂ ਦੇ। ਸਾਰੀ ਜ਼ਿੰਦਗੀ ਮਿਹਨਤ ਨਹੀਂ ਕੀਤੀ। ਮਹਾਰਾਜ ਨੇ ਤਾਂ ਕਿਹਾ ਸੀ ਤੂੰ ਮਿਹਨਤ ਕਰ, ਇਹ ਕਿੱਧਰ ਪੈ ਗਿਆ, ਕਿਹੜੇ ਚੱਕਰਾਂ 'ਚ ਤੂੰ ਪੈ ਗਿਆ। 25 ਪਾਠ ਜਪਜੀ ਸਾਹਿਬ ਦੇ, ਇੱਕ 100 ਪਾਠ, ਕਿਤੇ ਅਖੰਡ ਪਾਠ ਦੇ ਇਕੋਤਰੀ ਚੱਲ ਰਹੀ ਹੈ ਜੀ, ਲੜੀਆਂ ਚੱਲ ਰਹੀਆਂ। ਮੈਂ ਸਮਝਦਾ, ਦੱਸੋ ਗੁਰੂ ਪਿਆਰ ਵਾਲੇ ਹੈਰਾਨ ਹੋਣੇ ਆ ਅਸੀਂ, ਇਤਨੇ ਪਾਠ ਇਕੱਠੇ ਰੱਖ ਲੈਣੇ, ਕਿਤੇ ਗੱਲ ਇੱਕ ਦੀ ਹੋ ਰਹੀ ਹੈ, ਸੁਣੂਗਾ ਤਾਂ ਇੱਕ ਦੀ ਨਾ ਬੰਦਾ, ਉਧਰ 4-4 5 ਪਾਠ ਲੜੀਆਂ ਚਲਾਈਆਂ ਹੋਈਆਂ ਨੇ। ਇਹ ਸਭ ਕਰਮ ਕਾਂਡ ਨੇ, ਨੇਫਲ ਨੇ। ਟੁੱਟ ਜਾਂਦਾ ਬੰਦਾ ਪਰਮਾਤਮਾ ਨਾਲ। ਬੰਦਾ ਕੈਨੇਡਾ ਬੈਠਾ ਤੇ ਆਖਦਾ ਜੀ ਮੈਂ ਉੱਥੇ ਸੁੱਖ ਸੁਖੀ ਸੀ ਤੇ ਮੇਰੀ ਪੂਰੀ ਹੋਈ, ਪਾਠ ਵੀ ਉੱਥੇ ਕਰਾ ਦਾਂ। ਬੈਠਾ ਕੈਨੇਡਾ, ਅਰਦਾਸ ਇੱਥੇ ਹੋ ਰਹੀ ਹੈ। ਹੁਣ ਕੈਨੇਡਾ ਦੇ ਵਿੱਚ ਵੀ ਤਾਂ ਗੁਰਦੁਆਰੇ ਨੇ ਗੁਰੂ ਪਿਆਰ ਵਾਲੇ, ਉੱਥੇ ਕਿਉਂ ਨਹੀਂ ਕਰਾਇਆ? ਕਹਿੰਦੇ ਜੀ ਫਲ ਪਹੁੰਚ ਜਾਂਦਾ ਸਾਨੂੰ ਡਾਕ ਦੁਆਰਾ ਜਾਂ WhatsApp ਦੁਆਰਾ ਮੈਸੇਜ ਤੇ ਆ ਜਾਏਗਾ ਹੁਕਮਨਾਮਾ, ਉਹਨੂੰ ਪੜ੍ਹ ਲਓ, ਪਾਰ ਤਾਰੇ ਹੋ ਜਾਣਗੇ। ਤੇ ਫਿਰ ਇੰਨਾ ਅਖੰਡ ਪਾਠ ਕਰਾਉਣ ਦੀ ਕੀ ਲੋੜ ਹੈ ਜੇ ਹੁਕਮਨਾਮੇ ਦੀ ਬਖਸ਼ਿਸ਼ ਲੈਣੀ ਸੀ? ਰੋਜ਼ ਮਹਾਰਾਜ ਫਰਮਾਨ ਕਰਦੇ ਨੇ, ਉਸੇ ਨੂੰ ਲੈ ਜਾ ਲਿਖ ਕੇ, ਉਸੇ ਨੂੰ ਕਾਗਜ਼ ਤੇ ਲਿਖ ਕੇ ਲੈ ਜਾ, ਤੂੰ ਉਸੇ ਨੂੰ ਪੜ੍ਹ ਲਿਆ ਕਰ। ਫਿਰ ਗੁਰੂ ਪਿਆਰ ਵਾਲੇ ਉਹ ਮਨ ਹੱਠ ਜਿਹੜਿਆਂ ਨੇ ਮਨ ਹੱਠ ਕੀਤਾ ਹੈ ਨਾ, ਉਹ ਇਨਸਾਨ ਨੇ ਦੂਸਰਿਆਂ ਨੂੰ ਵੀ ਗਵਾ ਦਿੱਤਾ। 25 ਪਾਠ ਕਰਨ ਬੈਠਾ ਤੇ ਹੈ, ਪਰ ਬੜਾ ਮਨ ਦੇ ਵਿੱਚ ਅਫਸੋਸ ਹੈ ਕਿ ਪਤਾ ਨਹੀਂ ਕਦੋਂ 25 ਪੂਰੇ ਹੋਣਗੇ ਤੇ ਮੈਂ ਉੱਠਾਂਗਾ, ਕਿਉਂਕਿ ਬੋਡੀ ਰੈਸਟ ਭਾਲਦੀ ਹੈ, ਇਹਦਾ ਵੀ ਧਰਮ ਹੈ। ਤੇ ਜਿਹੜਾ 25 ਪਾਠ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਕਰ ਲਵੇ, ਮੈਂ ਸਮਝਦਾ ਗੁਰੂ ਪਿਆਰ ਵਾਲੇ ਉਹ ਸਾਰਾ ਦਿਨ ਉਹ ਕਹੀ ਵਾਲੇਗਾ, ਕੰਮ ਨਹੀਂ ਕਰ ਸਕਦਾ। ਨੀਂਦ ਚਾਹੀਦੀ ਹੈ ਸਰੀਰ ਨੂੰ, ਕਿੱਥੋਂ ਕੰਮ ਕਰ ਲੇਗਾ? ਦੁਕਾਨ ਤੇ ਬੈਠੇਗਾ, ਦੁਕਾਨ ਤੇ ਕਿਸ ਤਰ੍ਹਾਂ ਬਹਿ ਜਾਵੇਗਾ? ਕਦੇ ਨਹੀਂ ਬੈਠ ਹੁੰਦਾ। ਉੱਥੇ ਵੀ ਮਾਈਂਡ ਡਿਸਟਰਬ ਰਹੇਗਾ, ਦੁਚਿੱਤੀ ਦੇ ਵਿੱਚ ਪੈ ਗਿਆ ਨਾ ਮਾਈਂਡ। ਇਸ ਕਰਕੇ ਮਹਾਰਾਜ ਫਰਮਾਨ ਕਰਦੇ ਨੇ, ਜਿਹੜਾ ਮਨ ਹੱਠ ਕਰਨਾ ਨਾ, ਇਹ ਗਲਤ ਹੈ। ਦੂਸਰਿਆਂ ਨੂੰ ਦੱਸ ਦਿੱਤਾ ਤੂੰ, ਤੇ ਜਦੋਂ ਉਹਦਾ ਕੰਮ ਪੂਰਾ ਹੋਏਗਾ ਦੂਸਰੇ ਨੂੰ ਦੱਸੇਗਾ। ਜੇ ਕਈ ਹਠੀ ਹੁੰਦੇ ਨੇ ਬੜੇ, ਉਹ ਕਰ ਲੈਂਦੇ ਨੇ, ਦੂਸਰੇ ਨੂੰ ਦੱਸਦੇ ਨੇ ਮੈਨੂੰ ਤਾਂ 25 ਪਾਠ ਦੱਸੇ ਸੀ, ਤੂੰ ਵੀ ਕਰ ਲੈ। ਹੁਣ ਦੂਸਰਾ ਵੀ ਲੱਗ ਗਿਆ ਕਰਨ, ਉਹ ਕਹਿੰਦਾ ਮੈਂ ਤਾਂ ਆਪ ਕਰਨ ਲੱਗ ਗਿਆ। ਦੂਸਰੇ ਦਿਨ ਜਿਹੜੀ ਆ ਮੇਰੀ ਲੜਾਈ ਸ਼ੁਰੂ ਹੋ ਗਈ ਘਰਦਿਆਂ ਨਾਲ। ਲੜਾਈ ਕਿਉਂ ਸ਼ੁਰੂ ਹੋ ਗਈ? ਸਿੰਘਣੀ ਆਖਦੀ ਆ ਤੁਸੀਂ ਕੰਮ ਤੇ ਨਹੀਂ ਜਾਂਦੇ, ਮੈਂ ਆਖਦਾ 25 ਪਾਠ ਪੂਰੇ ਹੀ ਕਰ ਲੈ। ਜੇ ਐਦਾਂ ਕੋਈ ਕਰਾਮਾਤਾਂ ਉਤਰਦੀਆਂ ਹੁੰਦੀਆਂ ਨਾ ਅਸਮਾਨ ਤੋਂ, ਗੁਰੂ ਪਿਆਰ ਵਾਲਿਓ ਖਿਮਾ ਕਰਨਾ, ਪਹਿਲੋਂ ਮੈਂ ਮਾਫੀ ਮੰਗ ਲਵਾਂ। ਹਰਮੰਦਰ ਸਾਹਿਬ ਇਤਨਾ ਲੰਗਰ ਚੱਲਦਾ, ਬਾਹਰੋਂ ਟਰੱਕ ਭਰ ਕੇ ਆਉਂਦੇ ਨੇ ਲੰਗਰ ਦੇ। ਕਿਉਂ ਆਉਂਦੇ? ਫਿਰ ਤਾਂ ਬਾਬਿਆਂ ਨੇ ਸਵੇਰੇ ਜਿਹੜਾ ਕੀਰਤਨ ਕਰਦੇ ਨੇ ਉੱਥੇ ਹੀ ਮਹਾਰਾਜ ਦੇ ਅਰਦਾਸ ਕਰਦਿਆ ਕਰਨੀ ਸੀ, ਉੱਤੋਂ ਪੰਡਾਲ ਭਰ ਕੇ ਉਤਰ ਜਾਂਦੇ। ਸਾਰਾ ਦਿਨ ਕੀਰਤਨ ਹੁੰਦਾ ਉੱਥੇ। ਤੁਸੀਂ ਸੋਚੋ, ਹੈਰਾਨੀ ਵਾਲੀ ਗੱਲ ਹੈ, ਦੁਨੀਆ ਕਿੱਧਰ ਤੁਰੀ ਜਾ ਰਹੀ ਹੈ। ਪਾਠ ਨੂੰ ਮੰਤਰ ਬਣਾ ਲਿਆ ਅਸੀਂ ਗੁਰੂ ਪਿਆਰ ਵਾਲਿਓ, ਤੇ ਫਿਰ ਨਾਲ ਮੰਤਰਾਂ ਨਹੀਂ ਮਿਸਾਲ ਮੱਚਦੀ। ਮੰਤਰਾਂ ਨਾਲ ਕਦੇ ਮਿਸਾਲ ਮੱਚੀ ਆ? ਕਦੇ ਨਹੀਂ ਮੱਚਦੀ। ਉਹ ਤੇ ਉਹ ਚ ਮਸਾਲਾ ਲਾਉਂਗੇ ਤਾਂ ਮੱਚੇਗੀ। ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ। ਹੁਣ ਦੀਵੇ ਦਾ ਕੰਮ ਹੈ ਤੇਲ ਨਾਲੇ ਬਲਣਾ ਨਾ ਉਹਨੇ, ਪਾਣੀ ਨਾਲ ਕਦੇ ਦੀਵਾ ਬਲਿਆ? ਜਿਹੜੇ ਆਖਦੇ ਨੇ ਅਸੀਂ ਬਾਲ ਦਿੰਨੇ ਆ ਜੀ, ਪਾਣੀ ਦੇ ਵਿੱਚ ਸੋਡੀਅਮ ਇੱਕ ਤਾਤ ਹੈ, ਸੋਡੀਅਮ ਇੱਕ ਐਲੀਮੈਂਟ ਹੈ। ਜੇ ਮਿੱਟੀ ਦੇ ਤੇਲ ਵਿੱਚ ਉਹਨੂੰ ਰੱਖਣਾ ਪੈਂਦਾ, ਅਸੀਂ ਤੇ ਸਾਇੰਸ ਪੜ੍ਹੀ ਆ, ਜਾਣਦੇ ਆ। ਉਹਨੂੰ ਪਾਣੀ ਦੇ ਵਿੱਚ ਪਾਓ, ਅੱਗ ਲੱਗ ਜਾਵੇਗੀ। ਤੇ ਮੇਰੇ ਵਰਗਾ ਚੋਲਾ ਪਾ ਕੇ 2-4 ਦਿਨ ਇਹ ਕਰ ਲਵੇ ਨਾ ਕੰਮ, ਮੈਂ ਕਹਿੰਦਾ ਸੰਗਤ ਪਿੱਛੇ ਪਿੱਛੇ ਤੁਰੀ ਆਵੇਗੀ। ਮੈਨੂੰ ਕੀ ਲੋੜ ਹੈ? ਬਾਬਾ ਜੀ ਬੜੇ ਕਰਾਮਾਤੀ ਨੇ, ਪਿੱਛੇ ਹੋ ਲੂਗੀ ਸੰਗਤ ਤੁਰੰਤ। ਐਸੇ ਭਰਮ ਜਾਲਾਂ ਦੇ ਵਿੱਚ ਦੁਨੀਆ ਨੂੰ ਫਸਾ ਦਿੱਤਾ। ਜਿਹੜਾ ਕੰਮ ਨੂੰ ਤੂੰ ਆਇਆ ਸੀ, ਜਿਸ ਵਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਘਰ ਪਾਇਆ। ਹੁਣ ਮਹਾਰਾਜ ਤਾਂ ਆਖਦੇ ਨੇ, ਮਹਾਰਾਜ ਕੀ ਆਖਦੇ ਨੇ ਕਿ ਤੂੰ ਆਪਣੀ ਗ੍ਰਸਤੀ ਵੀ ਦੇਖ। ਭਾਈ ਗੁਰਦਾਸ ਜੀ ਨੇ ਆਖਿਆ ਕਿ ਸਾਰੇ ਧਰਮਾਂ ਦੇ ਵਿੱਚ ਗ੍ਰਸਤ ਪ੍ਰਧਾਨ ਹੈ, ਇਹਨੂੰ ਪ੍ਰਧਾਨਤਾ ਦਿੱਤੀ ਹੈ। ਸਰਬ ਧਰਮ ਮੈਂ ਗ੍ਰਸਤ ਪ੍ਰਧਾਨ ਹੈ।
ਉਹਨੇ ਘਰ ਵੀ ਦੇਖਣਾ ਹੈ ਆਪਣਾ, ਬੱਚਿਆਂ ਨੂੰ ਕੁਝ ਲੈ ਕੇ ਵੀ ਜਾਏਗਾ। ਹੁਣ ਗੁਰੂ ਪਿਆਰ ਵਾਲੇ ਜਿਹੜੇ ਬਿਜ਼ਨਸਮੈਨ ਨੇ, ਖਿਮਾ ਕਰਨਾ ਮੈਂ ਪਹਿਲੋਂ ਮਾਫੀ ਮੰਗ ਲਵਾਂ, ਕਿਹੜੇ 25 ਪਾਠ ਕਰਦੇ ਨੇ ਬਿਜ਼ਨਸਮੈਨ, ਕੰਮ ਚੱਲਦੇ ਨੇ ਨਾ ਉਹਨਾਂ ਦੇ, ਕਦੇ ਨਹੀਂ ਮੈਂ ਕਦੇ ਜਪਜੀ ਸਾਹਿਬ ਦਾ ਪਾਠ ਉਹਨਾਂ ਨੂੰ ਕਰਦੇ ਦੇਖਿਆ। ਐਸੇ ਐਸੇ ਬਿਜ਼ਨਸਮੈਨ ਨੇ, ਕਿੰਨਾ ਕੁ ਗੁਰਦੁਆਰੇ ਉਹ ਆਉਂਦੇ ਨੇ, ਹਾਜ਼ਰੀਆਂ ਦਿੰਦੇ ਨੇ 2-2 3-3 ਘੰਟੇ। ਨਹੀਂ, ਉਹਨਾਂ ਨੇ ਸਮਝ ਲਿਆ। ਕੀ ਸਮਝ ਲਿਆ? ਕਈ ਐਸੇ ਨੇ ਗੁਰਮੁਖ ਪਿਆਰੇ, ਕਥਾ ਸਰਵਣ ਕਰਕੇ ਜਾਣਗੇ, ਥੋੜਾ ਟਾਈਮ ਦੇਣਗੇ ਜਿੰਨਾ ਉਹਨਾਂ ਕੋਲ ਹੈ, जितना टाइम है उतना देणगे वो, पर अपना परिवार भी देखणगे, बिजनेस भी देखणगे। सारी उन्होंने तरतीब बनाई हुई है पूरे दिन दी। ते फिर महाराज फरमान करते ने, करया की जावे जद इतने पखंडा नाल मिलदा नहीं, हो कुछ नहीं हासिल होया। वो करदे कराउंदे कहण लगे ना, जदों तप करन लग्या, बहुत ज्यादा तप किसी ने कर लिया पुराने समयां दे विच। हुण जदों तप करन लग्या, तप किहड़ा करया उसने? उहदा गधा गवाच गया, किसी धोबी दा गधा गवाच गया, पहाड़ी ते चौंकड़ी मार के बह गया, अखां बंद कर लईयां, माया चढ़न लग गई। 2 चेले भी बन गए तुरंत मेरे अर्गे, माया इकट्ठी करन कि चलो आ काम वधिया, अपना ढिड पालांगे। 3 दिन उस धोबी ने अख नहीं खोली। तीसरे दिन भी चढ़ावा चढ़िया, सब लै के चढ़ावा जिहड़ा सी 2 चेले वो चले गए अपने घरां। जदों तीसरे दिन अख खुली, सारे बैठे ने, संगत आखदी है बड़ा बड़ी किरपा है ना, ते तीजा दिन हो गया जग खुलिया महापुरुषों की। उपदेश करनगे, कोई हाथ जोड़ के बैठे ने, अखां खुलियां ते धोबी आखण लगा कि मेरा गधा किथे है। उन्होंने मत्थे ते हाथ मारिया, तरजे बेड़ा साडा भी, इतने दिनां दे इहदी सेवा कर रहे हैं, इहदी सुता जे गधे च फसी पई है। 3 दिन हो गए चौंकड़ा लाए नूं, गुरु प्यार वाले मन जेड़ा गधे च फसिया होया। साडी हालत भी उही है। गुरु घर आउणे आ, पाठ भी बड़े करते हैं, घंटा घंटा 2-2 घंटे पाठ भी करते हैं, पर सुरत जिहड़ी है वो कदे नहीं जुड़दी। 2 घंटे जुड़ जूगी, कोई जोड़ के दिखावे, मैं उन्होंने ब्रह्म ज्ञानी मान लूंगा। 2 मिनट सुरत जोड़नी बहुत औखी है अजकल के जमाने दे विच। 2 मिनट सुरत की कहना, जे पूरा जपजी साहब का पाठ होवे, सुरत जिहड़ी है जपजी साहब दे पूरे पाठ च किते मूल मंत्र दे विच जुड़ गई होवे, किते विच विच किते जुड़ गई होवे, पर जे कोई आखे मेरी एक एक अखर च सुरत जुड़ी है, नहीं जोड़ सकता कोई। गुरु प्यार वालिओ, जे जुड़ गई तां ओहदी किरपा है, बस होर कुछ नहीं मैं कह सकता। फिर महाराज फरमान करते ने, गुर सेवा ते मन निर्मल होवे, अज्ञान अंधेरा जाए। गुरु की सेवा द्वारा मन निर्मल हो जाता है, अज्ञान रूपी हनेरा दूर होता है। पर गुरु महाराज की शरण दे विच आके इहदे उपदेश नूं सुनो। मंत्र नहीं पढ़ने इत्थे आपां ने, इत्थे बाणी नूं समझना है, बाणी समझण वाली है, मंत्र नहीं पढ़ने। नाम रतन घर प्रगट हुआ, नानक सह समाए। फिर नाम रूपी रतन जेड़ा हिरदे रूपी घर दे विच प्रगट होएगा, ते नानक सह समाए। हे नानक, उस सहज अवस्था दे विच जेड़ा मन खिंडिया पिया सी समा जाएगा। महला तीजा, शब्द है साधना आयो, नाम ना लगो प्यार। शब्द जेड़ा ना ओदा रस नहीं आया, नाम नाल प्यार भी नहीं जुड़िया। रसना फिक्का बोलना, नित नित होए खुआर। फिर रसना जिहड़ी है फिक्का बोलदी है, नित नित खुआर हो रहा इंसान। नानक किरत पया कमावना, कोई ना मेटन हार। फिर नानक आखदा वो अपने पुरबले कर्मां अनुसार काम करदा, पर वो पूर्वले कर्म नूं कोई मिटा नहीं सकता। जिहड़ा पिछे हो गया उन्होंने कोई मिटा सकता, कदे नहीं मिटा सकेगा। बच्चे कॉपी ते लिखते ने ना, जिहड़ी चीज पेंसिल दे नाल भी लिखी है गुरु प्यार वाले, कच्ची पिलसण दे नाल जे उते रबड़ फेरदी है ना थोड़ा बहुता, फिर भी उते अंश रह जाता है। पूरा कागज पहलां दी तरह साफ नहीं हो सकता, उहदे ते कुछ लकीरां उकरियां रह जांदियां ने।
ਇਸੇ ਤਰ੍ਹਾਂ ਪਿਛਲੇ ਜਨਮਾਂ ਦੇ ਕਰਮ ਜਿਹੜੇ ਨੇ, ਜਿਹੜੇ ਪਿਛਲੇ ਕਰਮ ਮਾੜੇ ਕਰਕੇ ਆਇਆ, ਉਹ ਥੋੜੇ ਬਹੁਤ ਭੋਗਣੇ ਜ਼ਰੂਰ ਪੈਂਦੇ ਨੇ, ਗੁਰੂ ਦੀ ਕਿਰਪਾ ਨਾਲ ਫਿੱਕੇ ਜ਼ਰੂਰ ਪੈ ਜਾਂਦੇ ਨੇ। ਫਿਰ ਪੌੜੀ ਮਹਾਰਾਜ ਪੌੜੀ ਦੇ ਵਿੱਚ ਸਮਝਾਉਣਾ ਕਰਦੇ ਨੇ, ਧੰਨ ਧੰਨ ਸਤਿਪੁਰਖ ਸਤਿਗੁਰੂ ਹਮਾਰਾ। ਉਹ ਧੰਨ ਧੰਨ ਹੈ ਸਤਿਪੁਰਖ, ਸੱਚਾ ਪੁਰਖ, ਸਤਿਗੁਰੂ ਸਾਡਾ ਸਤਿਗੁਰੂ ਸੱਚਾ ਗੁਰੂ। ਜਿਤ ਮਿਲਿਆ ਹਮਕੋ ਸ਼ਾਂਤਾਈ, ਜਿਹਨੂੰ ਮਿਲਣ ਦੇ ਨਾਲ ਸਾਡੇ ਹਿਰਦੇ ਰੂਪੀ ਘਰ ਦੇ ਵਿੱਚ ਸ਼ਾਂਤੀ ਆ ਗਈ। ਧੰਨ ਧੰਨ ਸਤਿਪੁਰਖ ਸਤਿਗੁਰੂ ਹਮਾਰਾ, ਜਿਤ ਮਿਲਿਆ ਹਮ ਹਰ ਭਗਤ ਪਾਈ। ਉਹ ਧੰਨਤਾ ਦੇ ਯੋਗ ਹੈ ਸਤਿਗੁਰੂ ਸਾਡਾ, ਜਿਹਦੇ ਮਿਲਣ ਕਰਕੇ ਮੈਨੂੰ ਸਾਹਿਬ ਦਾ ਸਿਮਰਨ ਪ੍ਰਾਪਤ ਹੋ ਗਿਆ, ਵਾਹਿਗੁਰੂ ਦਾ। ਧੰਨ ਧੰਨ ਹਰ ਭਗਤ ਸਤਿਗੁਰੂ ਹਮਾਰਾ, ਜਿਸ ਕੀ ਸੇਵਾ ਤੇ ਹਮ ਹਰ ਨਾਮ ਨਿਵਲਾਈ। ਉਹ ਧੰਨਤਾ ਦੇ ਯੋਗ ਹੈ ਉਹ ਸਤਿਗੁਰੂ ਸਾਡਾ ਸੱਚਾ ਗੁਰੂ, ਜਿਹਦੀ ਸੇਵਾ ਕਰਕੇ ਹਮ ਹਰ ਨਾਮ ਲਿਵਲਾਈ। ਸਾਡੀ ਸੁਰਤ ਜਿਹੜੀ ਹੈ ਉਹਦੇ ਪ੍ਰਮਾਤਮਾ ਦੇ ਨਾਮ ਨਾਲ ਜੁੜ ਗਈ। ਧੰਨ ਧੰਨ ਹਰ ਗਿਆਨੀ ਸਤਿਗੁਰੂ ਹਮਾਰਾ, ਜਿਨ ਵੈਰੀ ਮਿੱਤਰ ਹਮਕੋ ਸਭ ਸਮ ਦ੍ਰਿਸ਼ਟ ਦਿਖਾਈ। ਤੇ ਫਿਰ ਐਸਾ ਸਤਿਗੁਰੂ ਧੰਨਤਾ ਦੇ ਯੋਗ ਹੈ, ਜਿਹਨੇ ਵੈਰੀ ਤੇ ਮਿੱਤਰ ਨੂੰ ਮੈਨੂੰ ਸਮ ਦ੍ਰਿਸ਼ਟੀ ਦੇ ਵਿੱਚ ਦਿਖਾ ਦਿੱਤਾ। ਹੁਣ ਨਾ ਕੋ ਵੈਰੀ ਨਹੀਂ ਬਗਾਨਾ, ਸਗਲ ਸੰਗ ਹਮਕੋ ਬਣਾਈ। ਹੁਣ ਗੁਰੂ ਘਰ ਜਿਹੜਾ ਵੀ ਆਉਂਦਾ ਉਹ ਮੈਨੂੰ ਬਗਾਨਾ ਨਹੀਂ ਦਿਖਦਾ, ਮੇਰਾ ਆਪਣਾ ਹੈ। ਅਖੀਰਲੀ ਪੰਕਤੀ ਵਿੱਚ ਸਤਿਗੁਰੂ ਫਰਮਾਨ ਕਰਦੇ ਨੇ, ਧੰਨ ਧੰਨ ਸਤਿਗੁਰੂ ਮਿੱਤਰ ਹਮਾਰਾ, ਜਿਨ ਹਰ ਨਾਮ ਸਿਓ ਹਮਾਰੀ ਪ੍ਰੀਤ ਮਨਾਈ। ਫਿਰ ਐਸਾ ਸਤਿਗੁਰੂ ਧੰਨਤਾ ਦੇ ਯੋਗ ਹੈ, ਮਿੱਤਰ ਧੰਨਤਾ ਦੇ ਯੋਗ ਹੈ, ਜਿਨੇ ਨਾਮ ਦੇ ਨਾਲ ਮੇਰੀ ਪ੍ਰੀਤ ਨੂੰ ਜੋੜ ਦਿੱਤਾ। ਗੁਰੂ ਪਿਆਰ ਵਾਲਿਓ, ਨਾਨਕ ਕੈ ਘਰ ਕੇਵਲ ਨਾਮ, ਕੇਵਲ ਨਾਮ ਜਪੋਰੇ ਪ੍ਰਾਣੀ। ਅਸੀਂ ਨਾਮ ਜਪਣ ਨੂੰ ਆਏ ਆ। ਬਾਣੀ ਪੜੋ, ਬਾਣੀ ਪੜੋ ਤੇ ਪਰ ਬਾਣੀ ਨੂੰ ਸਮਝ ਕੇ ਪੜੋ, ਵਿਚਾਰ ਕੇ ਪੜੋ। ਬਾਣੀ ਕੇਵਲ ਪੜ ਕੇ ਤੁਰਨ ਮਾਤਰ ਨਹੀਂ, ਉਹਨੂੰ ਵਿਚਾਰੋ ਵੀ। ਸਤਿਗੁਰੂ ਮਹਾਰਾਜ ਬੜੀ ਕਿਰਪਾ ਦੇ ਖਜ਼ਾਨੇ ਨੇ, ਸਾਨੂੰ ਰੋਜ਼ਾਨਾ ਉਪਦੇਸ਼ ਕਰਦੇ ਨੇ। ਆਓ ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਜਿਨ੍ਹਾਂ ਪ੍ਰੇਮੀਆਂ ਵੱਲੋਂ ਮਾਇਆ ਆਈ। ਮਹਾਰਾਜ ਸੇ ਖਜ਼ਾਨੇ ਭਰਪੂਰ ਕਰਨ, ਕਾਲ ਕੰਟਕ ਦੂਰ ਕਰਨ, ਬੀਜਿਆ ਹਰਿਆ ਕਰਨ। ਗੁਰਦੁਆਰਾ ਸਾਹਿਬ ਦੀ ਉਸਾਰੀ ਜੋ ਚੱਲ ਰਹੀ ਹੈ, ਸੋ ਉਸ ਦੇ ਵਿੱਚ ਸੇਵਾ ਦੇ ਵਿੱਚ ਹਿੱਸਾ ਪਾਉਣਾ ਹੋਵੇ ਤਾਂ ਰੋਜ਼ਾਨਾ ਆਪ ਜੀ ਨੂੰ ਅਕਾਊਂਟ ਨੰਬਰ YouTube ਦੇ ਚੈਨਲ ਤੇ ਦਿੱਤਾ ਜਾ ਰਿਹਾ ਹੈ। ਉਸ ਦੇ ਵਿੱਚ ਆਪ ਮਾਇਆ ਨਾਲ ਸੇਵਾ ਕਰ ਸਕਦੇ ਹੋ ਤੇ ਤਨ ਮਨ ਧਨ ਦੇ ਨਾਲ ਸੇਵਾ ਕਰਨੀ ਹੈ। ਸਤਿਗੁਰੂ ਮਹਾਰਾਜ ਦੀ ਬੜੀ ਕਿਰਪਾ ਹੈ ਜੋ ਸੰਗਤ ਜੁੜਦੀ ਹੈ। ਇਸੇ ਤਰ੍ਹਾਂ ਸੰਗਤ ਜੁੜੀ ਰਵੇ, ਅਸੀਂ ਸੰਗਤ ਨੂੰ ਜੋੜਨ ਦਾ ਉਪਰਾਲਾ ਕਰ ਸਕੀਏ। ਸਤਿਗੁਰੂ ਮਹਾਰਾਜ ਸਾਨੂੰ ਵੀ ਜੋੜ ਕੇ ਰੱਖੇ, ਟੁੱਟਿਆਂ ਹੋਇਆਂ ਨੂੰ ਮੇਲ ਲੈ ਹੋ ਦਇਆਲ, ਟਹਿ ਪਏ ਦੁਆਰਿਆ। ਸਤਿਗੁਰੂ ਮਹਾਰਾਜ ਕਿਰਪਾ ਕਰਨ। ਗੁਰੂ ਪਿਆਰ ਵਾਲਿਓ, ਬਖਸ਼ੋ ਅਸੀਸ, ਕਰੋ ਰਸਨਾ ਪਵਿੱਤਰ। ਪ੍ਰਵਾਨੋ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਡੀਓ ਦੇਖਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਚੈਨਲ ਵਿੱਚ ਜੁੜੇ ਰਹਿਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ ਔਰ ਬੈਲ ਆਈਕਨ ਜ਼ਰੂਰ ਦਬਾਓ, ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲੇ ਮਿਲੇ ਜੀ। ਅੱਗੇ ਵੀ ਗੁਰਮਤਿ ਵਿਚਾਰ ਸਾਂਝੇ ਹੁੰਦੇ ਰਹਿਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।